अजकल ये भी चलता कि मैं अपनी धी नूं पुत्तां वांगू पालिया। क्यों बई, पुत्त कोई स्पैशल ने? ਕੱਪੜਿਆਂ ਦਾ ਜਾਂ ਕਿਸੇ ਵੀ ਚੀਜ਼ ਦਾ ਔਰਤਾਂ ਨੂੰ ਦਿਵਾਉਣ ਲਈ ਹਰ ਨਵੇਂ ਰੋਜ਼ ਹਥਿਆਰਾਂ ਨੂੰ ਨਵੇਂ ਰੋਜ਼ ਚੀਜ਼ਾਂ ਨੂੰ ਲਿਆਇਆ ਜਾਂਦਾ ਹੈ। ਇਸ ਤਰ੍ਹਾਂ ਦਾ ਕੋਈ ਵਾਕਿਆ ਹੋਇਆ ਤੁਹਾਡੇ ਨਾਲ ਕਿ ਕੱਪੜੇ ਦੇਖ ਕੇ ਤੁਹਾਨੂੰ ਪ੍ਰੋਬਲਮ ਹੋਈ? ਫਰਾਕਾਂ ਪਾਈਆਂ ਕੁੜੀਆਂ ਨਾਲ ਵੀ ਛੇੜਖਾਨੀ ਹੁੰਦੀ ਹੈ, ਤਿੰਨ ਮਹੀਨਿਆਂ ਦੇ ਬੱਚਿਆਂ ਨਾਲ ਵੀ ਛੇੜਖਾਨੀ ਹੁੰਦੀ ਹੈ। ਉਹ ਤਾਂ ਹੈ ਜੀ ਕੋਈ ਫੱਟੇ ਕੱਪੜੇ ਜਾਂ ਭੜਕਾਊ ਕੱਪੜੇ ਨਹੀਂ ਪਾ ਕੇ ਰੱਖਦੇ। ਧੀ ਨੂੰ ਧੀ ਵਾਂਗੂ ਪਾलो यार। ਧੀ कोई शब्द छोटा नहीं है या ਧੀ ਦੀ कोई पदवी छोटी नहीं है। सिर्फ मेरे साथ ही नहीं, सभी लड़कियां जो जिस सोसाइटी में हम रह रहे हैं ये इतनी अनसेफ, इतनी पेट्रियार्कल और डेंजरस है औरतों के लिए कि सबके साथ आम तौर पर ये दिन भर की घटना है। ये बोलते हैं कि लड़कियों ने कपड़े ऐसे पहने थे और ये बोलते हैं कि कब्र से निकाल के लड़कियों का रेप करना चाहिए। ਸਾਡੇ ਲੀਡਰਾਂ ਦੇ, ਸਾਡੇ ਮੰਤਰੀਆਂ ਦੇ, ਸਾਡੇ ਜੱਜਾਂ ਦੇ ਇਹੋ ਜਿਹੇ ਬਿਆਨ ਆਉਂਦੇ ਨੇ ਵੀ ਕੁੜੀਆਂ ਰਾਤ ਨੂੰ ਕਾਹਤੋਂ ਘੁੰਮਦੀਆਂ ਨੇ, ਕੁੜੀਆਂ ਨੂੰ ਕੱਪੜੇ ਆਪਦੇ ਦੇਖ ਕੇ ਪਾਉਣੇ ਚਾਹੀਦੇ ਨੇ, ਇਸ ਕਰਕੇ ਉਹ ਬਲਾਤਕਾਰ ਨੂੰ ਇਨਵਾਈਟ ਕਰ ਰਹੀਆਂ। ਰਾਤ ਨੂੰ ਜੇ ਮੁੰਡਾ 10 ਵਜੇ ਤੋਂ ਬਾਅਦ ਆ ਰਿਹਾ ਤੇ ਉਹਨੂੰ ਕੋਈ ਸਵਾਲ ਨਹੀਂ, ਚਾਹੇ ਉਹ ਸ਼ਰਾਬ 'ਚ ਡੱਕਿਆ ਆਵੇ, ਜਿਵੇਂ ਮਰਜ਼ੀ ਆਵੇ, ਆ ਕੇ ਦਰਵਾਜ਼ਾ ਤੋੜ ਕੇ ਅੰਦਰ ਵੜ ਜਾਵੇ। ਜੇ ਕੁੜੀ ਅੱਧਾ ਘੰਟਾ ਵੀ ਲੇਟ ਆ ਗਈ ਉਹਨੂੰ 36 ਸਵਾਲ ਪੁੱਛਦੇ ਆ। ਪਿੰਡਾਂ ਦੇ ਵਿੱਚ ਜਿੱਥੇ ਔਰਤਾਂ ਜੀਨਾਂ ਪਾਉਂਦੀਆਂ ਵੀ ਨਹੀਂ, ਉੱਥੇ ਘਰਾਂ ਦੇ ਅੰਦਰ ਵੀ ਘਰ ਦੇ ਬੰਦੇ ਕਰਦੇ ਨੇ ਇਹੋ ਜਿਹਾ ਸਾਰਾ ਕੁਝ। ਤੇ ਜ਼ਰੂਰੀ ਨਹੀਂ ਹੁੰਦਾ ਕਿ ਜਿਹਨੇ ਕੱਟੀ ਫੱਟੀ ਪੈਂਟ ਪਾਈ ਆ ਤੇ ਉਹ ਕੁੜੀ ਦੀ ਕਰੈਕਟਰ ਵੀ ਡਿੱਗਾ ਹੋਊਗਾ, ਤੇ ਇਹ ਵੀ ਜ਼ਰੂਰੀ ਨਹੀਂ ਕਿ ਜੇ ਕੁੜੀ ਨੇ ਸਾਰਾ ਹੀ ਆਪਣਾ ਸਰੀਰ ਢੱਕਿਆ ਹੋਇਆ ਤਾਂ ਉਹ ਵੀ ਕਰੈਕਟਰ ਦੀ ਸਹੀ ਹੋਊਗੀ। ਸੰਸਦ ਵਿੱਚ ਜਿੰਨੇ ਬੰਦੇ ਬੈਠੇ ਨੇ ਪਾਰਲੀਮੈਂਟ ਦੇ, ਉਹਨਾਂ ਵਿੱਚੋਂ ਬਹੁਤੇ ਜਿਹੜੇ ਨੇ ਉਹ ਰੇਪ ਅਕਿਊਜ਼ਡ ਨੇ, ਮਰਡਰਰਸ ਨੇ। ਪਾਲਿਸੀਆਂ ਬਣਾ ਰਹੇ ਨੇ ਤਾਂ ਕਿਵੇਂ ਤੁਸੀਂ ਕਹਿ ਦੋਗੇ ਵੀ ਇਸ ਸਮਾਜ ਦੇ ਵਿੱਚੋਂ ਇਹੋ ਜਿਹੀਆਂ ਘਟਨਾਵਾਂ ਬੰਦ ਹੋ ਜਾਣਗੀਆਂ? ਬਾਬੇ ਨਾਨਕ ਦੀ ਬਾਣੀ ਕਹਿੰਦੀ ਹੈ, ਸੋ ਕਿਉਂ ਮੰਦਾ ਆਖੀਐ ਜਿੱਤ ਜਮਹਿ ਰਾਜਾਨ। ਇੱਕ ਔਰਤ ਦਾ ਗੋਡਾ ਦੇਖ ਕੇ ਬੰਦੇ ਦਾ ਮਨ ਭਟਕ ਸਕਦਾ ਤਾਂ ਇਹ ਤਾਂ ਬਹੁਤ ਮਾੜੀ ਸੋਚ ਆ। ਉਸ ਮਰਦ ਦੀ ਸੋਚ ਮਾੜੀ ਹੋਈ ਨਾ। RSS ਦੇ ਜਿਹੜਾ ਆਪਣਾ ਡਰੈਸ ਕੋਡ ਹੈ ਉਹਦੀ ਨਿੱਕਰ ਗੋਡਿਆਂ ਤੋਂ ਉੱਤੇ ਦੀ ਹੁੰਦੀ ਆ, ਤੇ ਉਦੋਂ ਵੀ ਤਾਂ ਗੋਡੇ ਦਿਖ ਹੀ ਰਹੇ ਨੇ। ਜੇ ਭਗਤ ਸਿੰਘ ਜੰਮਿਆ ਤਾਂ ਕਿਸੇ ਮਾਂ ਦੀ ਕੁੱਖੋਂ ਹੀ ਜੰਮਿਆ, ਜੇ ਉਦਮ ਸਿੰਘ ਸਰਾਭੇ ਵਰਗੇ ਜੰਮਿਆ ਕਿਸੇ ਮਾਂ ਦੀ ਕੁੱਖੋਂ ਹੀ ਜੰਮਿਆ। ਉਹ ਪਹਿਲਾਂ ਕਿਸੇ ਦੀ ਧੀ ਹੁੰਦੀ। ਬੰਦਾ ਉਸੇ ਘਰ 'ਚ ਜੰਮਦਾ, ਉਸੇ ਘਰ 'ਚ ਮਰ ਜਾਂਦਾ, ਪਰ ਔਰਤ ਜੰਮਦੀ ਕਿਸੇ ਘਰ 'ਚ ਹੈ, ਮਰਦੀ ਕਿਸੇ ਘਰ 'ਚ ਜਾ ਕੇ। ਅਸਲ ਗੱਲ ਪਈ ਹੈ ਸਾਰੀ ਬੰਦਿਆਂ ਦੀ ਮਾਨਸਿਕਤਾ ਹੈ। ਸਾਡੇ ਸਮਾਜ ਦੇ ਵਿੱਚ ਜਿਹੜੀ ਘਟੀਆ ਮਾਨਸਿਕਤਾ ਪਰੋਸੀ ਜਾ ਰਹੀ ਆ ਕਿ ਜੇ ਅਸੀਂ ਨੰਗੇ ਵੀ ਘੁੰਮਦੇ ਹੋਈਏ ਨਾ, ਉਹ ਸਾਡੀ ਸੋਚ ਕਿੱਥੇ ਤੱਕ ਜਾ ਕੇ ਖੜਦੀ ਹੈ। ਔਰਤ ਨੂੰ ਤਾਂ ਹਮੇਸ਼ਾ ਕਹੀ ਗਏ ਕਿ ਤੂੰ ਇਦਾਂ ਨਾ ਪਾ, ਤੂੰ ਉਦਾਂ ਨਾ ਪਾ। ਅਸੀਂ ਮੁੰਡਿਆਂ ਨੂੰ ਕਿਉਂ ਨਹੀਂ ਸਮਝਾਉਂਦੇ ਕਿ ਤੂੰ ਇਦਾਂ ਨਾ ਵੇਖ। ਅਸੀਂ ਆਪਣੇ ਕਰੈਕਟਰ ਨੂੰ ਉਸ ਪਹਿਰਾਵੇ ਦੇ ਅੰਦਰ ਕਿਵੇਂ ਰੱਖਣਾ, ਉਹ ਔਰਤ ਦੀ ਜ਼ਿੰਮੇਵਾਰੀ ਹੈ। ਲੇਟੈਸਟ ਨਿਊਜ਼ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਾਡੀ ਲੇਟੈਸਟ ਵੀਡੀਓ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਦਬਾਉਣਾ ਨਾ ਭੁੱਲਿਓ। ਕੱਪੜੇ ਜੋ ਧਨ ਢੱਕਣ ਲਈ ਹੁੰਦੇ ਸੀ ਤੇ ਹੁਣ ਫੈਸ਼ਨ ਬਣ ਗਏ, ਪਰ ਅੱਜ ਕੱਲ੍ਹ ਸਾਡੇ ਸਮਾਜ ਦੇ ਵਿੱਚ ਕੱਪੜਿਆਂ ਨੂੰ ਮਾਨਸਿਕਤਾ ਦੇ ਨਾਲ ਜੋੜਿਆ ਜਾਂਦਾ ਹੈ, ਆਦਰ ਸਨਮਾਨ ਦੇ ਨਾਲ ਜੋੜਿਆ ਜਾਂਦਾ। ਕਿਹਾ ਜਾਂਦਾ ਹੈ ਕਿ ਪਹਿਰਾਵੇ ਨੇ ਜੋ ਤੁਹਾਡੀ ਉਹ ਮਾਨਸਿਕਤਾ ਦਰਸਾਉਂਦੇ ਨੇ, ਜਿਸ ਨੂੰ ਲੈ ਕੇ ਕਈ ਤਰ੍ਹਾਂ ਦੇ ਬਿਆਨ ਵੀ ਲੀਡਰਾਂ ਵੱਲੋਂ ਦਿੱਤੇ ਗਏ। ਜੇ ਨਵੇਂ ਬਿਆਨ ਦੀ ਗੱਲ ਕੀਤੀ ਜਾਵੇ ਤਾਂ ਤਾਜ਼ਾ ਬਿਆਨ ਉੱਤਰਾਖੰਡ ਦੇ CM ਵੱਲੋਂ ਦਿੱਤਾ ਗਿਆ। ਉਹਨਾਂ ਵੱਲੋਂ ਕਿਹਾ ਗਿਆ ਕਿ ਫਟੇ ਹੋਏ ਕੱਪੜੇ ਜੋ ਕੁੜੀ ਪਾਉਂਦੀ ਹੈ ਉਹ ਕੀ ਸੱਭਿਆਚਾਰ ਸੰਸਕ੍ਰਿਤੀ ਨੂੰ ਅੱਗੇ ਲੈ ਕੇ ਜਾਏਗੀ। ਇਸ ਮਤਲਬ ਬਿਆਨ ਦਿੱਤਾ ਗਿਆ। ਸਾਡੇ ਨਾਲ ਕੁਝ ਕੁੜੀਆਂ ਮੌਜੂਦ ਨੇ, ਜਾਣਦੇ ਉਹਨਾਂ ਦਾ ਕੀ ਕਹਿਣਾ। ਸ਼ੁਰੂਆਤ ਇਹਨਾਂ ਤੋਂ ਕਰਦੇ ਨੇ। ਤੁਸੀਂ ਜੀਨ ਪਾਈ ਹੋਈ ਆ, ਤੂੰ ਮਾਡਰਨ ਜੀਨ ਪਾਈ ਹੋਈ ਹੈ, ਕਿਸ ਤਰ੍ਹਾਂ ਦੇਖਦੇ ਹੋ ਇਸ ਬਿਆਨ ਨੂੰ? ਕਿਉਂਕਿ ਕੁੜੀਆਂ ਜੇ ਮਾਡਰਨ ਕੱਪੜੇ ਨਹੀਂ ਪਾਉਣਗੀਆਂ ਤੇ ਉਹ ਸੱਭਿਆ ਸੰਸਕ੍ਰਿਤੀ ਨੂੰ ਅੱਗੇ ਨਹੀਂ ਲੈ ਕੇ ਜਾਣਗੀਆਂ। ਇਹ ਬਿਆਨ ਬਿਲਕੁਲ ਉਹਨਾਂ ਦੀ ਪੈਟਰੀਆਰਕਲ ਮਾਨਸਿਕਤਾ ਨੂੰ ਦਰਸਾਉਂਦਾ ਹੈ। ਕੱਪੜਿਆਂ ਦਾ ਜਾਂ ਕਿਸੇ ਵੀ ਚੀਜ਼ ਦਾ ਔਰਤਾਂ ਨੂੰ ਦਿਵਾਉਣ ਲਈ ਹਰ ਨਵੇਂ ਰੋਜ਼ ਹਥਿਆਰਾਂ ਨੂੰ ਨਵੇਂ ਰੋਜ਼ ਚੀਜ਼ਾਂ ਨੂੰ ਲਿਆਇਆ ਜਾਂਦਾ ਹੈ। ਕਦੇ ਉਹਨਾਂ ਦੇ ਮੋਬਾਈਲ ਫੋਨ ਰੱਖਣ 'ਤੇ ਬੈਨ ਲਾਇਆ ਜਾਂਦਾ, ਕਦੇ ਉਹਨਾਂ ਦੇ ਰਾਤ ਨੂੰ ਬਾਹਰ ਨਿਕਲਣ 'ਤੇ ਬੈਨ ਲਾਇਆ ਜਾਂਦਾ, ਕਦੇ ਉਹਨਾਂ ਦੇ ਕੱਪੜਿਆਂ 'ਤੇ ਬੈਨ ਲਾਇਆ ਜਾਂਦਾ ਹੈ। ਸਕੂਲਾਂ ਕਾਲਜਾਂ 'ਚ ਅਲੱਗ-ਅਲੱਗ ਡਰੈਸ ਕੋਡ ਬਣਾਏ ਜਾਂਦੇ ਮੁੰਡਿਆਂ ਵਾਸਤੇ, ਕੁੜੀਆਂ ਵਾਸਤੇ। ਪਰ ਇਹ ਸਭ ਕੁਝ ਅਸਲ ਵਿੱਚ ਉਹੀ ਮਾਨਸਿਕਤਾ ਦਰਸਾਉਂਦਾ, ਉਹਨਾਂ ਦੀ ਪੈਟਰੀਆਰਕਲ ਮਾਨਸਿਕਤਾ ਦਰਸਾਉਂਦਾ ਜਿਨ੍ਹਾਂ 'ਚ ਉਹ ਔਰਤਾਂ ਨੂੰ ਦਬਾ ਕੇ ਰੱਖਣਾ ਚਾਹੁੰਦੇ ਹੈ। ਤੇ ਇਹ ਜੋ ਬਿਆਨ ਆਇਆ ਕਿ ਫਟੇ ਕੱਪੜੇ ਪਾਉਣ ਨਾਲ ਜਾਂ ਰਿਪਡ ਜੀਨਸ ਪਾਉਣ ਨਾਲ ਕੁੜੀਆਂ ਨਾਲ ਜ਼ਿਆਦਾ ਛੇੜਖਾਨੀ ਹੁੰਦੀ ਹੈ, ਇਹ ਬਿਲਕੁਲ ਹੀ ਗਲਤ ਹੈ। ਕਿ ਜੇ ਇਹਦੇ 'ਚ ਕੁਛ ਵੀ ਸੱਚਾਈ ਹੁੰਦੀ ਤੇ ਨਾ ਹੀ ਆਪਾਂ ਤਾਂ ਕੇਸ ਦੇਖਨੇ, ਬੁਰਕੇ ਪਾਈਆਂ ਔਰਤਾਂ ਨਾਲ ਵੀ ਛੇੜਖਾਨੀ ਹੁੰਦੀ ਹੈ, ਫਰਾਕਾਂ ਪਾਈਆਂ ਕੁੜੀਆਂ ਨਾਲ ਵੀ ਛੇੜਖਾਨੀ ਹੁੰਦੀ ਹੈ, ਤਿੰਨ ਮਹੀਨਿਆਂ ਦੇ ਬੱਚਿਆਂ ਨਾਲ ਵੀ ਛੇੜਖਾਨੀ ਹੁੰਦੀ ਹੈ। ਉਹ ਤਾਂ ਹੈ ਜੀ ਕੋਈ ਫਟੇ ਕੱਪੜੇ ਜਾਂ ਭੜਕਾਊ ਕੱਪੜੇ ਨਹੀਂ ਪਾ ਕੇ ਰੱਖਦੇ। ਤਾਂ ਇਸ ਵਾਸਤੇ ਕੱਪੜਿਆਂ ਦਾ ਕੋਈ ਲੈਣਾ ਦੇਣਾ ਨਹੀਂ ਹੈ ਇਸ ਗੱਲ ਤੇ। ਬਿਲਕੁਲ ਝੂਠੀ ਸੋਚ ਹੈ। ਇਹ ਸਭ ਕੁਝ ਸਿਰਫ ਆਪਦੀ ਘਟੀਆ ਸੋਚ ਨੂੰ ਢੱਕਣ ਵਾਸਤੇ ਔਰਤਾਂ ਨੂੰ ਹੀ ਬਲੇਮ ਕੀਤਾ ਜਾਂਦਾ ਹੈ। ਇਹ ਸਭ ਕੁਝ ਬਲੇਮ ਕੀਤਾ। ਕਦੇ ਪਰਿਵਾਰ ਨੇ ਤੁਹਾਨੂੰ ਰੋਕਿਆ? ਤੁਹਾਡੇ ਪਰਿਵਾਰ ਨੇ ਪਰਿਵਾਰ ਨੇ ਰੋਕਿਆ। ਪਰਿਵਾਰ ਨੂੰ ਵੀ ਡਰ ਲੱਗਦਾ ਹੈ ਵੀ ਜੋ ਵੀ ਉਹ ਗੱਲਾਂ ਨੇ। ਹਾਂਜੀ, ਕਦੇ ਰੋਕਦੇ। ਜਦੋਂ ਬਾਹਰ ਭੇਜਣਾ ਸੀ ਮੈਨੂੰ ਚੰਡੀਗੜ੍ਹ, ਉਦੋਂ ਕਹਿੰਦੇ ਸੀ ਵੀ ਧਿਆਨ ਨਾਲ ਰਹਿਣਾ, ਇੱਧਰ ਉੱਧਰ ਆਪਦੇ ਹਿਸਾਬ ਨਾਲ ਕੱਪੜੇ ਪਾਉਣਾ, ਜ਼ਮਾਨਾ ਬੁਰਾ ਹੈ। ਪਰ ਇਹ ਜ਼ਮਾਨਾ ਬੁਰਾ ਜੋ ਹੈ, ਆਪਣੇ ਜਿਹੜੇ ਲੀਡਰ ਹੈ, ਇਹ ਜ਼ਮਾਨਾ ਬੁਰਾ ਹੁੰਦਾ ਕਾਰਨ ਕੁੜੀਆਂ ਨੂੰ ਹੀ ਦੱਸ ਰਹੇ, ਜਦੋਂ ਕਿ ਕੁੜੀਆਂ ਦੀ ਇਹਨਾਂ 'ਚ ਕੋਈ ਗਲਤੀ ਨਹੀਂ ਹੈਗੀ। ਕੁੜੀਆਂ ਦੀ ਕੋਈ ਗਲਤੀ ਨਹੀਂ। ਸੋ ਕੱਪੜਿਆਂ ਦੇ ਨਾਲ ਕਰੈਕਟਰ ਨੂੰ ਵੀ ਜੱਜ ਕਰਨ ਲੱਗ ਪਏ ਨੇ ਹੁਣ ਕੁਛ ਲੀਡਰ। ਇਸ ਤਰ੍ਹਾਂ ਬਿਆਨ ਦੇ ਕਿੰਨਾ ਕੁ ਜਾਇਜ਼? बिल्कुल गलत है। और वही मतलब लीडर
आम तौर पर ऐसी ऐसी भड़काऊ स्टेटमेंट देते रहते हैं कि औरतों को किस तरह से अपना कंडक्ट रखना चाहिए, और ये मेरे हिसाब से सोसाइटी का पेट्रियार्कल रूप है जो ना सिर्फ लीडरों में दिखता है, किसी भी पार्टी के लीडर हों, पर कोर्ट हो, सुप्रीम कोर्ट हो, बाकी इंस्टीट्यूशंस हो, स्कूल्स हो, कॉलेजेस हो, वहाँ पर भी आम तौर पे आप वाइस चांसलर्स वगैरह का यही रवैया देखेंगे कि वो लड़कियों को अंदर रखने में ज़्यादा इंटरेस्टेड हैं, उनको केज करने में ज़्यादा इंटरेस्टेड हैं, और बजाय कि उनको अपने हक और फ्रीडम की लड़ाई आगे लड़ते हुए देखने की। ਤੁਸੀਂ ਵਕੀਲ ਹੋ, ਖੁਦ ਵਕਾਲਤ ਕਰਦੇ ਹੋ, ਕਾਨੂੰਨ ਵੀ ਜਾਣਦੇ ਹੋ, ਪੜ੍ਹੇ ਵੀ ਹੋ, ਸੋ ਪੜ੍ਹੇ ਮੁਤਲਕ ਜਿੰਦੇ ਤੁਸੀਂ ਪੜ੍ਹੇ ਹੋ, ਕਦੇ ਇਸ ਤਰ੍ਹਾਂ ਦਾ ਕੋਈ ਵਾਕਿਆ ਹੋਇਆ ਤੁਹਾਡੇ ਨਾਲ ਕਿ ਕੱਪੜੇ ਦੇਖ ਕੇ ਕੁਝ ਤੁਹਾਨੂੰ ਪ੍ਰੋਬਲਮ ਹੋਈ? मुझे लगता है सिर्फ मेरे साथ ही नहीं, सभी लड़कियां जो जिस सोसाइटी में हम रह रहे हैं, ये इतनी अनसेफ, इतनी पेट्रियार्कल और मतलब डेंजरस है औरतों के लिए कि सबके साथ आम तौर पर ये दिन भर की घटना है। और मैं हूँ या कोई और है, हम किसी ना किसी तरह इस सोसाइटी के साथ नेगोशिएट करना सीख गए हैं कि किस तरह से चलना है, किस टाइम पे चलना है, क्यों चलना है, कब चलना है, जिससे हम पे डेंजर ना पड़े। तो एक तरीके से हम किसी ना किसी तरह नेगोशिएट करते चल रहे हैं सोसाइटी में, लेकिन इसका मतलब ये नहीं है कि औरतों के साथ कुछ मतलब जैसे इन्होंने अभी कहा कि छोटी लड़कियों के साथ, बच्चियों के साथ जब बलात्कार हो रहे हैं तो उनका कपड़ों से कोई लेना देना नहीं है। इस मानसिकता से हमें दिक्कत है, पेट्रियार्कल मानसिकता से दिक्कत है, जिससे मतलब यही सवाल शायद लड़कों से पूछने चाहिए, वो रात के 12 बजे बाहर क्या कर रहे हैं, क्या कपड़े पहन रहे हैं, क्यों लड़कियों के बलात्कार कर रहे हैं, ये सवाल शायद उनसे हमें पूछने चाहिए, बजाय कि औरतों के ऊपर इस तरह से टारगेट करने। ਇਸ ਤਰ੍ਹਾਂ ਦੇ ਜੋ ਸਵਾਲ ਨੇ ਬੰਦਿਆਂ ਨੂੰ ਪੁੱਛਣੇ ਚਾਹੀਦੇ ਨੇ, ਪਰ ਔਰਤਾਂ ਨੂੰ ਹੀ ਟਾਰਗੇਟ ਕੀਤਾ ਕਿਉਂ ਜਾ ਰਿਹਾ? ਕਿਉਂਕਿ ਹੁਣ ਜੇ ਅਸੀਂ ਗੱਲ ਕਰੀਏ ਤਾਂ ਪਿਛਲੇ ਕੁਝ ਸਮੇਂ ਤੋਂ ਇਸ ਤਰ੍ਹਾਂ ਦੇ ਜੋ ਸਵਾਲ ਨੇ ਸਿਰਫ ਔਰਤਾਂ ਤੇ ਹੀ ਉੱਠ ਰਹੇ ਨੇ ਕੱਪੜਿਆਂ ਨੂੰ ਲੈ ਕੇ। औरतों के ऊपर तो शुरू से ही टारगेट ये औरतों को करते रहे हैं, क्योंकि जब एक औरत उठती है तो इनको प्रॉब्लम होती है। अब कोई भी लड़की अपने लिए आवाज़ उठाती है, अब जैसे यहाँ पे कुछ स्टूडेंट लीडर हैं, कुछ लड़कियाँ हैं जो यूनिवर्सिटी की लड़कियाँ हैं, उनको हमेशा शुरू से टारगेट किया जाता है क्योंकि वो अपनी आवाज़ उठाती हैं। अब कपड़ों पे टारगेट तो ये लोग करेंगे, इनको डर लगता है क्योंकि लड़कियाँ फिर इनके पर्देफाश करती हैं, तो बार बार कपड़ों की बात करके उनको इसलिए दबाया जाता है कि अब आप देखते हैं कि कितने नेता रेप केस में इन्वॉल्व होते हैं, और फिर ये बोलते हैं कि लड़कियों ने कपड़े ऐसे पहने थे, और ये बोलते हैं कि कब्र से निकाल के लड़कियों का रेप करना चाहिए। तो कितनी गंदी मानसिकता है, और असल में ये मानसिकता का ही मामला है टिका हुआ, जिसको ये कपड़ों की बात बोल के ढक देते हैं और हमेशा लड़कियों को टारगेट। ਤੁਸੀਂ ਜਰਨਲਿਸਟ ਹੋ, ਸਾਰਾ ਦਿਨ ਲੋਕਾਂ ਨਾਲ ਵਾਹ ਪੈਂਦਾ, ਲੋਕਾਂ 'ਚ ਵਿਚਰਦੇ ਹੋ, ਸੋ ਮਾਨਸਿਕਤਾ ਇੱਕ ਕ੍ਰੀਏਟ ਕੀਤੀ ਜਾ ਰਹੀ ਹੈ ਕਿ ਕੱਪੜਿਆਂ ਦੇ ਨਾਲ ਹੀ ਜੋੜਿਆ ਜਾਵੇ, ਸੋ ਕਿੰਨੀ ਕੁ ਜਾਏ? ये बहुत ही गलत है कि कपड़ों के साथ, असल में जो रेपिस्ट हैं वो तो उनकी मानसिकता के ऊपर कोई काम नहीं हो रहा है। हमेशा कपड़ों को टारगेट करके उन सब आरोपियों को बचाया जाता है। अभी हल्लू माजरा में जो चंडीगढ़ में जो रेप हुआ है, उसमें भी मतलब आरोपियों के ऊपर कार्रवाई करने की बजाय मतलब इस तरीके से बयान आते हैं, और सीएम भी इस तरीके के बयान देते हैं कि फटी हुई जींस नहीं पहननी चाहिए, ये नहीं पहननी। आपको जनता ने ही बनाया है, इन लड़कियों की वोटिंग से आप इतनी बड़ी बड़ी सीट्स पे पहुंचे हैं, उसके बाद आप लड़कियों के ऊपर इस तरीके के कमेंट करते हैं। कार्रवाई करने की बजाय, आप इस सिस्टम को सुधारने की बजाय आप लड़कियों को ही टारगेट करते हैं, तो ये मतलब उनकी पितृसत्तात्मक सोच को ही बयां करती है ये चीज़ें, और ये बहुत ही गलत है। ਸੋ ਕਾਨੂੰਨ ਇਸ ਤਰ੍ਹਾਂ ਦੇ ਹੋਣੇ ਚਾਹੀਦੇ। ਗੱਲ ਕੀਤੀ ਤੇ ਉਹਨਾਂ ਨੇ ਕਿਹਾ ਕਿ ਸਾਡਾ ਸੱਭਿਆਚਾਰ ਸੰਸਕ੍ਰਿਤੀ ਹੈ, ਇਹ ਸਾਨੂੰ ਸਰੀਰ ਢੱਕਣਾ ਚਾਹੀਦਾ, ਕਿਤੋਂ ਪੈਂਟ ਫਟੀ ਨਹੀਂ ਹੋਣੀ ਚਾਹੀਦੀ। नहीं, संस्कृति सिर्फ और सभ्याचार सिर्फ औरतें ही जिम्मेदार नहीं हैं उसके लिए, और ना ही होना चाहिए मेरे हिसाब से। यही चीज़ सोसाइटी में आप सभ्याचार संस्कृति ये भी है कि लड़के जाकर बदतमीज़ी करते हैं, वो भी इसी संस्कृति का पार्ट है, उसको क्यों नहीं देखा जाता, ये हमारा सवाल है। फिर ਲੜਕਿਆਂ ਨੂੰ ਵੀ ਸੱਭਿਆਚਾਰ ਸੰਸਕ੍ਰਿਤੀ ਦੇਖਣਾ ਪੈਂਦਾ। ਸੋਸ਼ਲ ਮੀਡੀਆ ਦੀ ਗੱਲ ਕੀਤੀ ਹੈ, ਸੋਸ਼ਲ ਮੀਡੀਆ ਤੇ ਵੀ ਬਹੁਤ ਟ੍ਰੋਲ ਹੋ ਰਹੇ ਨੇ, ਹੁਣ ਬਹੁਤ ਸਾਰੇ ਲੋਕ ਉਹਨਾਂ ਦੇ ਖਿਲਾਫ ਹੋ ਗਏ ਨੇ, ਬਹੁਤ ਸਾਰੇ ਪੱਖ 'ਚ ਕਿੰਨਾ ਕੁ ਸੀ, ਕਿੰਨਾ ਕੁ ਜਾਇਜ਼ ਸਮਝਦੇ ਹੋ? ਸੋਸ਼ਲ ਮੀਡੀਆ ਤੇ ਵੀ ਗੱਲ ਚੱਲੀ, ਇੱਕ ਮੂਵਮੈਂਟ ਵੀ ਸ਼ੁਰੂ ਹੋ ਗਈ ਸੋਸ਼ਲ ਮੀਡੀਆ ਤੇ, ਲੋਕੀ ਪੈਂਟਾਂ ਵੀ ਫਟੀਆਂ ਪਾ ਕੇ ਫੋਟੋਆਂ ਪੋਸਟ ਕਰਨ ਲੱਗ ਪਏ। ਬੜੀ ਵਧੀਆ ਗੱਲ ਹੈ ਸੋਸ਼ਲ ਮੀਡੀਆ ਤੋਂ ਅੱਜ ਕੱਲ੍ਹ ਆਪਾਂ ਨੂੰ ਇੱਕ ਕਿਉਂਕਿ ਅਸਲੀ ਮੀਡੀਆ ਤਾਂ ਜਿਹੜਾ ਮੇਨ ਸਟ੍ਰੀਮ ਮੀਡੀਆ ਉਹ ਤਾਂ ਇਹ ਜਿਹੀਆਂ ਗੱਲਾਂ ਦਿਖਾਉਂਦਾ ਨਹੀਂਗਾ। ਸੋਸ਼ਲ ਮੀਡੀਆ ਇੱਕ ਰਾਹ ਹੈ ਜਨਤਾ ਕੋਲ ਜਿਨ੍ਹਾਂ ਤੋਂ ਆਪਦੇ ਆਪ ਨੂੰ ਐਕਸਪ੍ਰੈਸ ਕਰ ਸਕਦੇ ਹੈ, ਅਤੇ ਜਿੰਨਾ ਜ਼ਿਆਦਾ ਇਹ ਜਿਹੀਆਂ ਗੱਲਾਂ ਨੂੰ ਫੈਲਾਇਆ ਜਾਏ, ਸੋਸ਼ਲ ਮੀਡੀਆ 'ਤੇ ਚੱਕਿਆ ਜਾਏ, ਤਾਂ ਲੋਕ ਆਪਣੀ ਆਵਾਜ਼ ਉਠਾਉਣ, ਉਨੀ ਵਧੀਆ ਗੱਲ ਹੈ। ਮੀਡੀਆ ਤੇ ਵੀ ਮਸਲਾ ਟ੍ਰੋਲ ਹੋ ਰਿਹਾ, ਮਸਲਾ ਸੀ ਫਟੀ ਪੈਂਟ ਪਾ ਰਹੇ ਨੇ ਕੁੜੀਆਂ, ਤੇ ਕੁੜੀਆਂ ਹੀ ਟਾਰਗੇਟ ਕਿਉਂ ਕੀਤੀਆਂ ਜਾ ਰਹੀਆਂ ਹਰ ਵਾਰੀ? ਕੱਪੜਿਆਂ ਨੂੰ ਲੈ ਕੇ ਖਾਸ ਕਰਕੇ ਉਹਨਾਂ ਦੀ ਮਾਨਸਿਕਤਾ ਜੋ ਸੰਸਕਾਰ ਉਹ ਕੱਪੜਿਆਂ ਨਾਲ ਜੋੜ
ਕੁੜੀਆਂ ਹੀ ਟਾਰਗੇਟ ਕੀਤੀਆਂ ਜਾ ਰਹੀਆਂ ਕਿਉਂਕਿ ਸਮਾਜ ਦੇ ਵਿੱਚ ਮਾਨਸਿਕਤਾ ਇਹ ਬਣੀ ਹੋਈ ਹੈ ਵੀ ਹਰ ਸਮੱਸਿਆ ਜੇ ਕੋਈ ਹੁੰਦੀ ਹੈ ਕੁੜੀ ਨਾਲ ਵੀ ਅਪਰਾਧ ਹੁੰਦਾ ਹੈ ਤਾਂ ਉਹਦੇ ਪਿੱਛੇ ਵੀ ਦੋਸ਼ ਆ ਜਿਹੜਾ ਉਹ ਕੁੜੀ ਦਾ ਹੀ ਹੈ। ਸਾਡੇ ਲੀਡਰਾਂ ਦੇ, ਸਾਡੇ ਮੰਤਰੀਆਂ ਦੇ, ਸਾਡੇ ਜੱਜਾਂ ਦੇ ਇਹੋ ਜਿਹੇ ਬਿਆਨ ਆਉਂਦੇ ਨੇ ਵੀ ਕੁੜੀਆਂ ਰਾਤ ਨੂੰ ਕਾਹਤੋਂ ਘੁੰਮਦੀਆਂ ਨੇ, ਕੁੜੀਆਂ ਨੂੰ ਕੱਪੜੇ ਆਪਦੇ ਦੇਖ ਕੇ ਪਾਉਣੇ ਚਾਹੀਦੇ ਨੇ, ਇਸ ਕਰਕੇ ਉਹ ਬਲਾਤਕਾਰ ਨੂੰ ਇਨਵਾਈਟ ਕਰ ਰਹੀਆਂ ਨੇ। ਸਗੋਂ ਸਾਡੇ ਸਾਹਮਣੇ ਘਟਨਾਵਾਂ ਨੇ, ਚੰਡੀਗੜ੍ਹ 'ਚ ਘਟਨਾ ਵਾਪਰਦੀ ਹੈ 6 ਸਾਲ ਦੀ ਬੱਚੀ ਨਾਲ ਬਲਾਤਕਾਰ ਹੁੰਦਾ, ਹੋਰ ਕਿੰਨੀਆਂ ਥਾਵਾਂ ਨੇ, ਦਿੱਲੀ ਹੈ, ਕਿਤੇ ਵੀ ਹੈ, ਛੋਟੀਆਂ ਨਿੱਕੀਆਂ ਬੱਚੀਆਂ ਨਾਲ ਬਲਾਤਕਾਰ ਹੋਣੇ, ਬੜੀਆਂ ਬੁੜੀਆਂ ਨਾਲ ਬਲਾਤਕਾਰ ਹੋਣੇ, ਛੇੜਛਾੜ ਦੀਆਂ ਘਟਨਾਵਾਂ ਆਮ ਨੇ। ਪਿੰਡਾਂ ਦੇ ਵਿੱਚ ਜਿੱਥੇ ਔਰਤਾਂ ਜੀਨਾਂ ਪਾਉਂਦੀਆਂ ਵੀ ਨਹੀਂ, ਉੱਥੇ ਘਰਾਂ ਦੇ ਅੰਦਰ ਵੀ ਘਰ ਦੇ ਬੰਦੇ ਕਰਦੇ ਨੇ ਇਹੋ ਜਿਹਾ ਸਾਰਾ ਕੁਝ, ਤਾਂ ਕੀ ਉੱਥੇ ਫਿਰ ਕੌਣ ਉਕਸਾਉਂਦਾ ਹੈ ਉਹਨਾਂ ਨੂੰ? ਗੱਲ ਕੀ ਹੈ ਵੀ ਅਸਲ ਗੱਲ ਪਈ ਹੈ ਸਾਰੀ ਬੰਦਿਆਂ ਦੀ ਮਾਨਸਿਕਤਾ ਹੈ। ਸਾਡੇ ਸਮਾਜ ਦੇ ਵਿੱਚ ਜਿਹੜੀ ਘਟੀਆ ਮਾਨਸਿਕਤਾ ਪਰੋਸੀ ਜਾ ਰਹੀ ਆ, ਉਹਨੂੰ ਚੈਲੰਜ ਕਰਨ ਦੀ ਥਾਂ ਤੇ, ਉਹਨੂੰ ਸੁਧਾਰਨ ਦੀ ਥਾਂ ਤੇ, ਆਪਦਾ ਕੰਮ ਕਰਨ ਦੀ ਥਾਂ ਤੇ ਸਾਡਾ ਸਮਾਜ ਦੇ ਵਿੱਚ ਹਮੇਸ਼ਾ ਜਿਹੜੀ ਗੱਲ ਹੈ ਉਹ ਔਰਤਾਂ ਤੇ ਸਿੱਟ ਦਿੱਤੀ ਜਾਂਦੀ ਆ। ਮੰਤਰੀ ਵੀ ਨੇ ਅਸਲ ਵਿੱਚ ਹੁੰਦੇ ਹੋਇਆ ਕਿ ਕੁਲਦੀਪ ਸਿੰਘਰ ਵਰਗੇ ਇੱਥੇ ਉਹਨਾਂ ਦੇ ਹੱਕ ਦੇ ਵਿੱਚ ਭਾਜਪਾ ਵਾਲੇ ਖੁੱਲ੍ਹੇਆਮ ਨਿੱਤਰਦੇ ਨੇ। ਸਾਡੇ ਸੰਸਦ ਵਿੱਚ ਜਿੰਨੇ ਬੰਦੇ ਬੈਠੇ ਨੇ ਪਾਰਲੀਮੈਂਟ ਦੇ, ਉਹਨਾਂ ਵਿੱਚੋਂ ਬਹੁਤੇ ਜਿਹੜੇ ਨੇ ਉਹ ਰੇਪ ਅਕਿਊਜ਼ਡ ਨੇ, ਮਰਡਰਰਸ ਨੇ, ਅਕਿਊਜ਼ਡ ਨੇ, ਤੇ ਉਹਨਾਂ ਸਾਰਿਆਂ ਦੇ ਬੈਠੇ ਰਹਿਣ ਉਹ ਪਾਲਿਸੀਆਂ ਬਣਾ ਰਹੇ ਨੇ। ਤਾਂ ਕਿਵੇਂ ਤੁਸੀਂ ਕਹਿ ਦੋਗੇ ਵੀ ਇਸ ਸਮਾਜ ਦੇ ਵਿੱਚੋਂ ਇਹੋ ਜਿਹੀਆਂ ਘਟਨਾਵਾਂ ਬੰਦ ਹੋ ਜਾਣਗੀਆਂ, ਜਾਂ ਫਿਰ ਤੁਸੀਂ ਔਰਤਾਂ ਨੂੰ ਦੋਸ਼ ਕਿਉਂ ਦੇਣਾ, ਕਦੋਂ ਬੰਦ ਕਰ ਦੋਗੇ? ਕਿਉਂਕਿ ਬੈਠੇ ਹੀ ਉਹ ਨੇ। ਜਿਹੜਾ ਇੱਕ ਅਲੱਗ ਗੱਲ ਆ, ਹੁਣ ਤਾਂ ਗੱਲ ਕੱਪੜਿਆਂ ਤੇ ਆ ਗਈ, ਉਹਨਾਂ ਦੇ ਪਹਿਰਾਵੇ ਤੇ ਆ ਗਈ। ਜੇ ਫਟੀ ਜੀਨ ਪਾ ਲੈਂਦੇ ਆ ਤਾਂ ਉਹ ਵੀ ਕਹਿੰਦੇ ਕਿ ਸਮਾਜ ਦਾ ਹਿੱਸਾ ਨਹੀਂ ਹੈ। ਫਟੀ ਜੀਨ ਦੀ ਗੱਲ ਆਪਾਂ ਤਾਂ ਕਰ ਰਹੇ ਹਾਂ ਕਿਉਂਕਿ ਹਰ ਵਾਰੀ ਟਾਰਗੇਟ ਜੀਨ ਨੂੰ ਹੀ ਕੀਤਾ ਜਾਂਦਾ, ਸੂਟ ਨੂੰ ਠੀਕ ਸਮਝਿਆ ਜਾਂਦਾ, ਜੀਨ ਨੂੰ ਹੀ ਟਾਰਗੇਟ ਕੀਤਾ। ਉਹ ਗੱਲ ਕੀ ਹੈ ਨਾ ਵੀ ਮਾਨਸਿਕਤਾ ਪਈ ਹੈ। ਦੂਜੀ ਮੇਰਾ ਤਾਂ ਇਹ ਸਿੱਧਾ ਸਵਾਲ ਹੈ ਵੀ ਤੁਸੀਂ ਕੌਣ, ਕਿਹਨੇ ਤੁਹਾਨੂੰ ਠੇਕੇਦਾਰੀ ਦੇਤੀ ਵੀ ਤੁਸੀਂ ਤੈਅ ਕਰੋਗੇ ਕੁੜੀਆਂ ਨੇ ਕੀ ਕਰਨਾ ਕੀ ਨਹੀਂ? ਜਿਹੜੀ ਤੁਹਾਡੇ ਦਿਮਾਗ ਦੇ ਵਿੱਚ ਇਹ ਗੱਲ ਬੜੀ ਹੋਈ ਹੈ ਵੀ ਅਸੀਂ ਇਹ ਸਮਾਜ ਦੇ ਠੇਕੇਦਾਰ ਹਾਂ, ਜਾਂ ਅਸੀਂ ਲੜਕੀਆਂ ਦੇ ਲਈ ਸਾਰੇ ਫੈਸਲੇ ਲਵਾਂਗੇ, ਲੜਕੀਆਂ ਇਸ ਕਾਬਲ ਨਹੀਂ ਹੈਗੀਆਂ ਵੀ ਆਪਦੇ ਲਈ ਫੈਸਲੇ ਲੈ ਸਕਣ, ਸਾਨੂੰ ਸਮਾਜ ਬਾਰੇ ਜ਼ਿਆਦਾ ਚੰਗੀ ਸਮਝ ਆ। ਇਹ ਤੁਹਾਡੀ ਸਮਝ ਨੂੰ ਮੈਂ ਚੈਲੰਜ ਕਰਦੀ ਹਾਂ, ਸਵਾਲ ਕਰਦੀ ਹਾਂ ਵੀ ਕੁੜੀਆਂ, ਔਰਤਾਂ, ਉਹ ਆਪਦੀ ਇੱਕ ਉਹਨਾਂ ਦੀ ਵੱਖਰੀ ਪਛਾਣ ਆ ਤੇ ਉਹ ਉਹਨਾਂ ਦੇ ਉੱਤੇ ਹੈ, ਉਹਨਾਂ ਦੀ ਇੰਡੀਵਿਜੂਅਲ ਚੋਇਸ, ਆਪਦੀ ਆਪਣੀ ਮਰਜ਼ੀ ਹੈ ਵੀ ਉਹ ਕੀ ਪਾਉਣਾ ਚਾਹੁੰਦੀਆਂ, ਕਿਹਦੇ ਵਿੱਚ ਉਹ ਕੰਫਰਟੇਬਲ ਨੇ, ਉਹਨਾਂ ਨੇ ਸਮਾਜ 'ਚ ਕਿਵੇਂ ਵਿਚਰਨਾ। ਇਸ ਕਰਕੇ ਇਸ ਦੇ ਉੱਤੇ ਕਿਸੇ ਹੋਰ ਨੂੰ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ। ਤੇ ਅਸਲ ਜਿਹੜੀ ਸਮੱਸਿਆ ਦੀ ਜੜ ਹੈ, ਸਿਰਫ ਉਹਨੂੰ ਢਕਣ ਦੀ ਖਾਤਰ ਇਸ ਤਰ੍ਹਾਂ ਦੀ ਫੂਹੜ ਬਾਣ, ਉਹ ਆਪਦੀ ਨਾ ਅਕਲ ਦਾ ਦਿਵਾਲੀਆਪਣ ਹੈ ਦਰਅਸਲ ਇਹਨਾਂ ਲੀਡਰਾਂ ਦਾ, ਜਿਹੜੀਆਂ ਇਹ ਬਾਰ-ਬਾਰ ਇਹੋ ਜਿਹੇ ਬਿਆਨਬਾਜ਼ੀ ਕਰਕੇ ਸ਼ੋਅ ਕਰਦੇ ਨੇ। ਸੀਐਮ ਵੱਲੋਂ ਇੱਕ ਵਿਵਾਦਿਤ ਬਿਆਨ ਦਿੱਤਾ ਗਿਆ, ਉਸ ਬਿਆਨ ਨੂੰ ਲੈ ਕੇ ਕੁੜੀਆਂ ਨੇ ਆਪਣੀ ਰਾਏ ਪਰਪੱਖ ਨਾ ਰੱਖੀ, ਕਹਿੰਦੀਆਂ ਨੇ ਕਿ ਸਾਡੀ ਮਰਜ਼ੀ ਆ, ਅਸੀਂ ਕਿਸ ਤਰ੍ਹਾਂ ਦੇ ਕੱਪੜੇ ਪਾਣੇ ਨੇ, ਇਹ ਸਾਡੇ ਤੇ ਗੱਲ ਛੱਡ ਦਿੱਤੀ ਜਾਵੇ। ਇਸ ਗੱਲ ਨੂੰ ਲੈ ਕੇ ਮੁੰਡੇ ਕਿਸ ਤਰ੍ਹਾਂ ਸੋਚਦੇ ਨੇ, ਗੱਲਬਾਤ ਕਰਦੇ ਆ। ਸੋ ਬਾਈ ਜੀ, ਪੱਗ ਬੰਨੀ ਹੋਈ ਆ, ਮੁੰਡੇ ਨੌਜਵਾਨ ਹੋ, ਤੇ ਜੇ ਮੰਤਰੀਆਂ ਦੇ ਬਿਆਨਾਂ ਦੀ ਗੱਲ ਕੀਤੀ ਜਾਵੇ ਤਾਂ ਕਿਤੇ ਨਾ ਕਿਤੇ ਕੁੜੀ ਦੇ ਕੱਪੜਿਆਂ ਨੂੰ ਲੈ ਕੇ ਕਮੈਂਟਬਾਜ਼ੀ ਕਰਦੇ ਨੇ, ਕਹਿੰਦੇ ਸੰਸਕਾਰ ਨਹੀਂ ਆਉਂਦੇ, ਰੇਪ ਵੀ ਇਹਨਾਂ ਕੱਪੜਿਆਂ ਨਾਲ ਹੁੰਦੇ। ਕਿਸ ਤਰ੍ਹਾਂ ਸੋਚਦੇ ਹੋ? ਨਹੀਂ ਦੇਖੋ, ਜਿਸ ਮੰਤਰੀ ਨੇ ਗੱਲ ਕਹੀ ਹੈ ਉਹ ਬੀਜੇਪੀ ਤੋਂ ਹੈ, ਬੀਜੇਪੀ ਯਾਨੀ ਕਿ ਆਰਐਸਐਸ ਹੈ। ਸੋ ਆਰਐਸਐਸ ਦੇ ਜਿਹੜਾ ਆਪਣਾ ਡਰੈਸ ਕੋਡ ਹੈ, ਉਹਦੀ ਨਿੱਕਰ ਗੋਡਿਆਂ ਤੋਂ ਉੱਤੇ ਦੀ ਹੁੰਦੀ ਹੈ, ਤੇ ਉਦੋਂ ਵੀ ਤਾਂ ਗੋਡੇ ਦਿਖ ਹੀ ਰਹੇ ਨੇ। ਜੇ ਇੱਕ ਔਰਤ ਦੇ ਗੋਡੇ ਨੂੰ ਦੇਖ ਕੇ ਤੁਹਾਨੂੰ ਇਹ ਲੱਗਦਾ ਕਿ ਇੱਕ ਔਰਤ ਦਾ ਗੋਡਾ ਦੇਖ ਕੇ ਬੰਦੇ ਦਾ ਮਨ ਭਟਕ ਸਕਦਾ, ਤਾਂ ਇਹ ਤਾਂ ਬਹੁਤ ਮਾੜੀ ਸੋਚ ਆ। ਉਸ ਮਰਦ ਦੀ ਸੋਚ ਮਾੜੀ ਹੋਈ ਨਾ, ਉਹਦੇ 'ਚ ਔਰਤ ਦੀ ਕੋਈ ਮਾੜੀ ਸੋਚ ਨਹੀਂ ਹੈ। ਔਰਤ ਦਾ ਇੱਕ ਪਹਿਰਾਵਾ, ਪੁਰਾਣੀ ਸਾੜੀ ਚੱਲਦੀ ਆ ਰਹੀ ਹੈ, ਉਹਦੇ 'ਚ ਪੇਟੀਕੋਟ ਹੁੰਦਾ, ਪੇਟੀਕੋਟ ਸਾਰਾ ਲੱਕ ਤੋਂ ਥੱਲੇ ਸਾਰਾ ਨੰਗਾ ਹੁੰਦਾ। ਤਾਂ ਗੱਲ ਮੈਂ ਉਹੀ ਦੱਸਦਾ, ਇਹ ਜ਼ਮਾਨਾ ਉਦੋਂ ਵੀ ਸੀਗੇ ਜਦੋਂ ਕੱਪੜੇ ਹੀ ਨਹੀਂ ਸੀ ਹੁੰਦੇ, ਫਿਰ ਪੱਤੇ ਵੀ ਪਾਉਣ ਲੱਗੇ ਆ। ਸੋ ਇਹ ਤਾਂ ਸਮੇਂ ਇੱਕ ਪਾਸੇ ਤਾਂ ਅਸੀਂ ਨਾਰਾ ਇਹ ਦਿੱਤਾ ਕਿ ਬੇਟੀ ਪੜਾਓ, ਬੇਟੀ ਬੜਾਓ, ਤੇ ਜੇ ਉਹ ਆਪਣੀ ਸੋਚ ਨੂੰ ਵੱਡੀ ਕਰ ਰਹੀ ਹੈ, ਜੇ ਅੱਜ ਅਸੀਂ, ਮੈਂ ਤਾਂ ਇਹ ਗੱਲ ਵੀ ਕਹਿਣੀ ਚਾਹੁੰਦਾ ਕਿ ਜੇ ਅਸੀਂ ਨੰਗੇ ਵੀ ਘੁੰਮਦੇ ਹੋਈਏ ਨਾ, ਉਹ ਸਾਡੀ ਸੋਚ ਕਿੱਥੇ ਤੱਕ ਜਾ ਕੇ ਖੜਦੀ ਹੈ। ਅਸੀਂ ਨਾਂਗੇ ਸਾਧ ਨੂੰ ਦੇਖਦੇ ਹਾਂ, ਪਰ ਉਹਨਾਂ ਨੂੰ ਨਾਂਗੇ ਸਾਧ ਨੂੰ ਦੇਖ ਕੇ ਸਾਡੇ ਮਨ 'ਚ ਸ਼ਰਧਾ ਆਉਂਦੀ ਹੈ, ਉਹ ਪਰਮਾਤਮਾ ਦੀ ਸ਼ਰਧਾ ਆਉਂਦੀ ਹੈ। ਬੰਦਾ ਜੰਮਿਆ ਵੀ ਨੰਗਾ, ਮਰਨਾ ਵੀ ਨੰਗਾ। ਸੋ ਇਹ ਕੱਪੜਿਆਂ ਨਾਲ ਕਿਸੇ ਦੇ ਸੰਸਕਾਰਾਂ ਨੂੰ ਮੈਨੂੰ ਨਹੀਂ ਲੱਗਦਾ ਕਿ ਅਸੀਂ ਉਹਦੇ ਬੰਦੇ ਦੇ ਸੰਸਕਾਰ ਨੂੰ ਜੱਜ ਕਰ ਸਕਦੇ ਹਾਂ। ਬਹੁਤ ਸਾਰੇ ਗਰੀਬ ਨੇ ਜਿਨ੍ਹਾਂ ਦੇ ਕੱਪੜੇ ਫਟੇ ਹੁੰਦੇ ਆ, ਉਹਨਾਂ ਨੂੰ ਦੇਖ ਕੇ ਕਿਉਂ ਨਹੀਂ ਬੰਦੇ ਦਾ ਮਨ ਭਟਕਦਾ? ਸੋ ਇਹ ਤਾਂ ਗੱਲਾਂ ਨੇ, ਮੰਤਰੀ ਸਾਹਿਬ ਨੂੰ ਸੋਚ ਸਮਝ ਕੇ ਬੋਲਣਾ ਚਾਹੀਦਾ। ਤੁਸੀਂ ਇੱਕ ਕਿੱਦਾਂ ਦੀ ਕੁਰਸੀ ਤੇ ਬੈਠੇ ਹੋ? ਅਸੀਂ ਇਹ ਤਾਂ ਕੀ ਕਹਿਣਾ, ਗੱਲ ਉਹੀ ਆ ਗਈ ਨਾ ਕਿ ਅਸੀਂ ਔਰਤ ਨੂੰ ਤਾਂ ਹਮੇਸ਼ਾ ਕਹੀਏ ਕਿ ਤੂੰ ਇੱਦਾਂ ਨਾ ਪਾ, ਤੂੰ ਉੱਦਾਂ ਨਾ ਪਾ। ਅਸੀਂ ਮੁੰਡਿਆਂ ਨੂੰ ਕਿਉਂ ਨਹੀਂ ਸਮਝਾਉਂਦੇ ਕਿ ਤੂੰ ਇੱਦਾਂ ਨਾ ਵੇਖ, ਹੈ ਨਾ? ਸੋ ਗੱਲ ਇਹ ਸੋਚ ਬਦਲਣ ਦੀ ਲੋੜ ਹੈ, ਤੇ ਜਿੱਥੇ ਪਬਲਿਕ ਦੀ ਇਹ ਆਪ ਸੋਚ ਬਦਲਣੀ ਚਾਹੀਦੀ, ਨਾਲ ਸਰਕਾਰਾਂ ਦਾ ਵੀ ਬਹੁਤ ਵੱਡਾ ਰੋਲ ਹੈ। ਪਰ ਮੰਤਰੀ ਸਾਹਿਬ ਜੇ ਇੱਦਾਂ ਦੇ ਬਿਆਨ ਦਿੰਦੇ ਨੇ, ਸੋ ਬਹੁਤ ਸ਼ਰਮਨਾਕ ਗੱਲ ਹੈ ਜੀ। ਸ਼ਰਮਨਾਕ ਗੱਲ ਹੈ ਇਸ ਤਰ੍ਹਾਂ ਦੇ ਬਿਆਨ ਦੇਣੇ। ਜੇ ਕੁੜੀਆਂ ਦੀ ਗੱਲ ਰੋਕਿਆ, ਕੁੜੀਆਂ ਨੂੰ ਹੀ ਕਿਉਂ ਜਾਂਦਾ, ਟਾਰਗेट क्यों ਕੀਤਾ? सर ये हमारी जो है ना, मतलब पुरानी संस्था से बना रखा है, लोगों ने एक मन दिमाग में डाला हुआ है कि नई लड़कियों को घर से बाहर नहीं निकलने देना, काम नहीं करने देना। अब भाई अगर वो हमारे बराबर के हैं तो उनको सोचो ना, उनको सम्मान से दो भाई। वो भी चाहती है कि हमारे साथ काम करे, मोटे से मोटा मिला के हमारे साथ चले, तो आप उनके कपड़ों पे क्यों जा रहे हो यार? वो बच्चे हैं जो उनको हर एक की अपनी मर्जी होती है। मेरी मर्जी होती है मैं दिन घर के अंदर एक छोटा सा कच्छा और वो पहन के जाऊँ या बड़ी लोअर पहनूँ, वो मेरी हेडेक है, वो बच्चे की अपनी हेडेक है ना। वो अपने ड्रेसअप जो पहन के जा रहा है वो उसकी सोच है, आप उस पर क्यों ऐसी कमेंट करते हो? आप एक संवैधानिक पद पे बैठे हो,
बच्चे, अगर आपको वो कोई ऐसा गलत हरकत नहीं की, कोई बात ऐसी नहीं की, तो आप क्यों ऐसे कर रहे हो, ये मेरे को समझ नहीं आती है ना। ਗੱਲ ਫਿਰ ਉੱਥੇ ਕਰਦੇ ਫੈਸ਼ਨ ਦਾ ਦੌਰ ਹੈ ਨਾ, ਫੈਸ਼ਨ ਦੇ ਵਿੱਚ ਫਟੀਆਂ ਜੀਨਾਂ ਵੀ ਆਉਂਦੀਆਂ। ਮੰਤਰੀ ਸਾਹਿਬ ਕਹਿੰਦੇ ਨੇ ਕਿ ਜੋ ਫਟੀਆਂ ਜੀਨਾਂ ਪਾਉਂਦੇ ਨੇ, ਬਹੁਤ ਸਾਰੇ ਲੀਡਰ ਇਸ ਤੋਂ ਪਹਿਲਾਂ ਵੀ ਬਿਆਨਬਾਜ਼ੀ ਦੇ ਚੁੱਕੇ, ਫਟੀਆਂ ਜੀਨਾਂ ਪਾਉਂਦੇ ਨੇ, ਉਹ ਕੁੜੀ ਸੰਸਕਾਰ ਨਹੀਂ ਦੇ ਸਕਦੀ। ਕਿੰਨੇ ਕੁ ਸੰਸਕਾਰ? ਗੱਲ ਇਹ ਹੈ ਵੀ ਸਾਡੀ ਤਾਂ ਬਾਬੇ ਨਾਨਕ ਦੀ ਬਾਣੀ ਕਹਿੰਦੀ ਹੈ, ਸੋ ਕਿਉਂ ਮੰਦਾ ਆਖੀਐ ਜਿਤ ਜੰਮਹਿ ਰਾਜਾਨ। ਜਿਨ੍ਹਾਂ ਨੇ ਰਾਜੇ ਰਾਣਿਆਂ ਨੂੰ ਜਨਮ ਦੇਣਾ ਉਹਨਾਂ ਦੇ ਨਾਲ ਤੁਸੀਂ ਕਮੈਂਟ ਕਰਦੇ ਹੋ। ਜੇ ਭਗਤ ਸਿੰਘ ਜੰਮਿਆ ਤਾਂ ਕਿਸੇ ਮਾਂ ਦੀ ਕੁੱਖੋਂ ਹੀ ਜੰਮਿਆ ਹੈ। ਜੇ ਉਦਮ ਸਿੰਘ ਸਰਾਭੇ ਵਰਗੇ ਜੰਮਿਆ ਕਿਸੇ ਮਾਂ ਦੀ ਕੁੱਖੋਂ ਹੀ ਜੰਮਿਆ। ਉਹ ਪਹਿਲਾਂ ਕਿਸੇ ਦੀ ਧੀ ਹੋਈ ਹੈ, ਬਾਅਦ ਚ ਮਾਂ ਹੋਈ ਹੈ। ਸੋ ਇਹ ਜਿਹੜੀਆਂ ਇਦਾਂ ਦੇ ਗੈਰ ਸੰਵਿਧਾਨਕ ਕਹਿ ਸਕਦੇ ਹਾਂ, ਗੈਰ ਜ਼ਿੰਮੇਵਾਰਾਂ ਨਾਲ ਜਿਹੜੇ ਬਿਆਨ ਨੇ, ਇਹ ਇੱਕ ਕਹਿ ਸਕਦੇ ਇਹਨਾਂ ਦੀ ਗਿਰੀ ਹੋਈ ਮਾਨਸਿਕਤਾ ਦਾ ਕਹਿ ਸਕਦੇ ਆਪਾਂ ਵੀ ਇੱਕ ਨਤੀਜਾ ਹੈ ਵੀ ਜਿਹੜੀ ਜਿੱਦਾਂ ਦੀ ਕਿਸੇ ਦੀ ਸੋਚ ਹੁੰਦੀ ਅਗਲਾ ਉਦਾਂ ਦੀ ਗੱਲ ਬੋਲ ਦਿੰਦਾ। ਠੀਕ ਹੈ, ਹੁਣ ਜਿਵੇਂ ਕਿਰਨ ਖੇਰ ਜੀ ਨੇ ਪਿੱਛੇ ਜੇ ਬਿਆਨ ਦਿੱਤਾ ਸੀ ਵੀ ਉਹ ਕੁੜੀ ਨਾਲ ਰੇਪ ਤਾਂ ਹੋਇਆ, ਉਹਦੇ ਕੱਪੜੇ ਚੱਜਦੇ ਨਹੀਂ ਸੀ ਤੇ ਉਹ ਰਾਤ ਨੂੰ ਕਿਉਂ ਘੁੰਮ ਰਹੀ ਸੀ। ਮੈਡਮ ਤੂੰ ਵੀ ਕਿਸੇ ਦੀ ਧੀ ਸੀ ਪਹਿਲਾਂ, ਬਾਅਦ ਚ ਤੂੰ ਜਾ ਕੇ ਇਸ ਲਾਈਨ ਦੇ ਵਿੱਚ ਆਈ ਆ ਤੇ ਅੱਜ ਤੂੰ ਇੱਕ ਲੀਡਰ ਹੈ, ਇੱਕ ਜ਼ਿੰਮੇਵਾਰ ਉਹਦੇ ਤੇ ਆ। ਸੋ ਜ਼ਿੰਮੇਵਾਰ ਲੋਕਾਂ ਨੂੰ ਸੋਚ ਸਮਝ ਕੇ ਬੋਲਣਾ ਚਾਹੀਦਾ। ਬਹੁਤ ਲੋਕ ਉਹਨਾਂ ਨੂੰ ਸੁਣਦੇ ਨੇ, ਬੜੇ ਲੋਕ ਉਹਨਾਂ ਨੂੰ ਫੋਲੋ ਕਰ ਰਹੇ ਹੁੰਦੇ ਆ। ਤੇ ਜੋ ਤੁਸੀਂ ਕਹਿੰਦੇ ਹੋ ਕੱਟੀਆਂ ਫਟੀਆਂ ਜੀਨਾਂ ਦੇ ਨਾਲ ਹੀ ਸਾਰਾ ਕੁਝ ਚੱਲ ਰਿਹਾ ਹੈ, ਉਹਦੇ 'ਚ ਸੰਸਕਾਰ ਨਹੀਂ ਹੈਗੇ, ਤਾਂ ਇਹ ਜਿਹੜੀਆਂ ਚੀਜ਼ਾਂ ਨੇ ਹੁਣ ਟ੍ਰੈਂਡ ਦੇ ਨਾਲ, ਸਮੇਂ ਦੇ ਨਾਲ, ਜਿਵੇਂ ਪ੍ਰਤੀਕ ਬਾਈ ਨੇ ਦੱਸਿਆ ਕਿ ਸਮੇਂ ਨਾਲ ਚੇਂਜ ਹੁੰਦੀ ਹੈ, ਚੇਂਜ ਆਉਂਦੀ ਹੈ ਹਰ ਜਨਰੇਸ਼ਨ ਬਾਅਦ ਕੁਝ ਨਾ ਕੁਝ। ਹੁਣ ਜਿਵੇਂ ਜਿਹੜਾ ਨੌਲੇਜ ਸਾਡੇ ਮਾਪਿਆਂ ਨੂੰ ਸੀ, ਸਾਨੂੰ ਉਹ ਤੋਂ ਕਿਤੇ ਵੱਧ ਹੈ। ਸਾਡੇ ਬੱਚੇ ਸਾਡੇ ਤੋਂ ਵੀ ਜ਼ਿਆਦਾ ਸਿਆਣੇ ਨੇ। ਜਨਰੇਸ਼ਨ ਵਾਈਜ਼ ਜਨਰੇਸ਼ਨ ਜਿਵੇਂ ਜੀਨਸ ਚੇਂਜ ਹੁੰਦੇ ਨੇ, ਇਸੇ ਤਰ੍ਹਾਂ ਪਹਿਰਾਵੇ ਜਿਹੜੇ ਆ ਪਹਿਲਾਂ ਪੱਤਿਆਂ ਨਾਲ ਗੁਜ਼ਾਰਾ ਕਰਦੇ ਸੀ, ਉਹ ਤੋਂ ਬਾਅਦ ਫਿਰ ਹੋਰ ਆ ਗਿਆ ਕਿਉਂਕਿ ਟ੍ਰੈਂਡ ਡੇ ਬਾਈ ਡੇ ਇੱਕ ਗੱਲ ਥੋੜਾ ਪਰਸਨਲ ਸਵਾਲ ਹੈ ਕਿ ਪਰਿਵਾਰ ਦੇ ਜੇ ਬੱਚੀਆਂ ਜੀਨ ਪਾਉਂਦੇ ਤੁਸੀਂ ਰੋਕੋਗੇ ਉਹਨਾਂ ਨੂੰ? ਦੇਖੋ, ਜੇ ਅਸੀਂ ਹੁਣ ਆਪਣੇ ਪਰਿਵਾਰਾਂ ਤੋਂ ਹੀ ਸ਼ੁਰੂ ਕਰਨਾ ਚਾਹੀਦਾ। ਰੋਕਣ ਦਾ ਕੀ ਮਤਲਬ ਹੈ? ਜਦੋਂ ਸਾਰੀ ਦੁਨੀਆ ਪਾਉਂਦੀ ਹੈ, ਸਾਰੇ ਪਾਉਂਦੇ ਆ, ਪਾਉਣ 'ਚ ਰੋਕਣ ਦਾ ਤਾਂ ਮਤਲਬ ਹੀ ਨਹੀਂ ਬਣਦਾ। ਜਦੋਂ ਅਸੀਂ ਪਾਉਂਦੇ ਹਾਂ, ਸਾਨੂੰ ਸਾਡੇ ਪਿਓ ਨੇ ਕਦੇ ਪੁੱਛਿਆ ਨਹੀਂ, ਅਸੀਂ ਸ਼ੁਰੂ ਸਾਡੇ ਤੋਂ ਕਰਦੇ ਹਾਂ। ਕੀ ਹੁੰਦਾ ਕਿ ਰਾਤ ਨੂੰ ਜੇ ਮੁੰਡਾ 10 ਵਜੇ ਤੋਂ ਬਾਅਦ ਆ ਰਿਹਾ ਤੇ ਉਹਨੂੰ ਕੋਈ ਸਵਾਲ ਨਹੀਂ, ਚਾਹੇ ਉਹ ਸ਼ਰਾਬ 'ਚ ਡੱਕਿਆ ਆਵੇ, ਜਿਵੇਂ ਮਰਜ਼ੀ ਆਵੇ, ਆ ਕੇ ਦਰਵਾਜ਼ਾ ਤੋੜ ਕੇ ਅੰਦਰ ਵੜ ਜਾਵੇ ਚਾਹੇ। ਪਰ ਜੇ ਕੁੜੀ ਅੱਧਾ ਘੰਟਾ ਵੀ ਲੇਟ ਆ ਗਈ, ਉਹਨੂੰ 36 ਸਵਾਲ ਪੁੱਛਦੇ ਆ। ਸਾਡੀ ਇਹ ਮਾਨਸਿਕਤਾ ਸਾਨੂੰ ਹੁਣ ਬਦਲਣੀ ਪੈਣੀ ਆ, ਚੇਂਜ ਆਉਣੀ ਚਾਹੀਦੀ ਹੈ। ਇਹ ਜਿਹੜਾ ਹੁਣ ਆਪਾਂ 21ਵੀਂ ਸਦੀ ਦੇ ਵਿੱਚ ਬੈਠੇ ਆ, ਇਹ ਜਿਹੜਾ ਵਿਗਿਆਨ ਦਾ ਯੁੱਗ ਹੈ, ਇਹਦੇ ਸਾਰੇ ਬਰਾਬਰ ਨੇ। ਜਿਹੜਾ ਕੰਮ ਮੁੰਡਾ ਕਰ ਸਕਦਾ ਉਹ ਕੁੜੀ ਵੀ ਕਰ ਸਕਦੀ ਹੈ, ਤੇ ਕੁੜੀਆਂ ਹੁਣ ਤਾਂ ਬਰਾਬਰ ਤੋਂ ਵੀ ਕਿਤੇ ਅੱਗੇ ਨਿਕਲ ਗਈਆਂ। ਜੇ ਤੁਸੀਂ ਪਿਛਲੇ ਰਿਜ਼ਲਟ ਵਗੈਰਾ ਵੀ ਚੱਕ ਕੇ ਦੇਖੋ ਤੇ ਰਿਜ਼ਲਟਾਂ ਦੇ ਵਿੱਚ ਜੇ ਦੇਖੋ ਤੇ 100% ਦੇ ਵਿੱਚੋਂ 80% ਕੁੜੀਆਂ ਦੀ ਮੈਰਿਟ ਬਣਦੀ ਹੈ। ਤੇ ਆਪਾਂ ਲੋਕ ਹੀ ਉਹਨਾਂ ਨੂੰ ਦਵਾਈ ਜਾਂਦੇ ਆ। ਜੋ ਪੁਰਾਣੀ ਸੋਚ ਦਿਮਾਗ ਦੇ ਵਿੱਚ ਚੱਲਦੀ ਸੀ ਵੀ ਪੈਰ ਦੀ ਜੁੱਤੀ ਹੁੰਦੀ ਹੈ ਜੀ, ਔਰਤ ਇਦਾਂ ਹੁੰਦਾ, ਉਹੀ ਚੀਜ਼ਾਂ ਅਸੀਂ ਹੁਣ ਤੱਕ ਸਾਡੇ ਦਿਮਾਗ 'ਚ ਘਰ ਕਰੀ ਬੈਠੀਆਂ। ਅਸੀਂ ਹੁਣ ਤੱਕ ਉਹਨਾਂ ਨੇ ਪਿੱਛੇ ਸੋਚਦੇ ਆ। ਕੁੜੀਆਂ ਨੇ ਬਹੁਤ ਮੱਲਾਂ ਮਾਰੀਆਂ ਨੇ, ਅੰਤਰਿਕਸ਼ ਤੱਕ ਵੀ ਚਲੇ ਗਏ। ਔਰਾਂ ਦੀ ਕੰਟਰੀਆਂ ਗੱਲ ਕੀਤੀ, ਉਹਦੇ ਬਰਾਬਰ ਦੇਖਿਆ ਜਾਂਦਾ। ਅੱਜ ਵੀ ਮਤਲਬ ਉੱਚੇ ਅਹੁਦਿਆਂ ਤੇ ਬੈਠੇ ਲੋਕ ਨੇ, ਉਹ ਅੱਜ ਵੀ ਇਸ ਤਰ੍ਹਾਂ ਦੇ ਬਿਆਨ ਦਿੰਦੇ ਨੇ ਕਿ ਕੱਪੜਿਆਂ ਨੂੰ ਲੈ ਕੇ ਉਹਨਾਂ ਦੀ ਸੋਚ ਤੱਕ ਇਕੱਠੀ ਕਰ ਦਿੱਤੀ। ਦੇਖੋ, ਮੈਂ ਗੱਲ ਉਹੀ ਕਰਦਾ, ਠੀਕ ਹੈ, ਸਾਡਾ ਇੱਕ ਸੱਭਿਆਚਾਰ ਵੀ ਹੈਗਾ, ਠੀਕ ਹੈ ਜੀ। ਜੇ ਅਸੀਂ ਗੱਲ ਕਰੀਏ ਪਹਿਰਾਵੇ ਦੀ, ਤਾਂ ਇੱਕ ਸਾਡੇ ਪਹਿਰਾਵੇ 'ਚ ਵੀ ਕਹਿੰਦੇ ਸੱਭਿਆਚਾਰ ਬੰਦੇ ਦੀ ਲੁੱਕ ਦਾ ਪਤਾ ਲੱਗ ਜਾਂਦਾ, ਠੀਕ ਹੈ। ਇਹ ਜ਼ਰੂਰੀ ਨਹੀਂ ਹੁੰਦਾ ਕਿ ਜਿਹਨੇ ਕੱਟੀ ਫੱਟੀ ਪੈਂਟ ਪਾਈ ਹੈ ਤੇ ਉਹ ਕੁੜੀ ਦੀ ਕਰੈਕਟਰ ਵੀ ਡਿੱਗਿਆ ਹੋਊਗਾ, ਤੇ ਇਹ ਵੀ ਜ਼ਰੂਰੀ ਨਹੀਂ ਕਿ ਜੇ ਕੁੜੀ ਨੇ ਸਾਰਾ ਹੀ ਆਪਣਾ ਸਰੀਰ ਢੱਕਿਆ ਹੋਇਆ ਤਾਂ ਉਹ ਵੀ ਕਰੈਕਟਰ ਦੀ ਸਹੀ ਹੋਊਗੀ। ਸੋ ਮੈਂ ਕਹਿਣਾ ਇਹ ਚਾਹੁੰਦਾ ਕਿ ਕੱਪੜਿਆਂ ਤੋਂ ਕਿਸੇ ਦੀ ਜੱਜਮੈਂਟ ਨਹੀਂ ਲਾਈ ਜਾ ਸਕਦੀ। ਯੂ ਨੈਵਰ ਕੀ ਕਹਿੰਦੇ ਹੁੰਦੇ ਇੱਕ ਇੰਗਲਿਸ਼ ਦੀ ਉਹ ਹੈ ਕਿ ਯੂ ਨੈਵਰ ਜੱਜ ਦਾ ਬੁੱਕ ਬਾਈ ਇਟਸ ਕਵਰ, ਹੈ ਨਾ। ਸੋ ਉਹ ਕਿਤਾਬ ਨੂੰ ਪੜ੍ਹ ਕੇ ਹੀ ਪਤਾ ਲੱਗੂਗਾ। ਸੋ ਮੈਂ ਇਹੀ ਕਹਿਣਾ ਚਾਹੁੰਦਾ ਕਿ ਔਰਤ ਦਾ ਜਿਹੜਾ ਇੱਕ ਰੋਲ ਹੈ ਜ਼ਿੰਦਗੀ ਦੇ ਵਿੱਚ, ਉਹ ਇੱਕ ਮਾਂ ਵੀ ਹੈ, ਇੱਕ ਧੀ ਵੀ ਹੈ। ਬੰਦਾ ਉਸੇ ਘਰ 'ਚ ਜੰਮਦਾ, ਉਸੇ ਘਰ 'ਚ ਮਰ ਜਾਂਦਾ, ਪਰ ਔਰਤ ਜੰਮਦੀ ਕਿਸੇ ਘਰ 'ਚ ਹੈ, ਮਰਦੀ ਕਿਸੇ ਘਰ 'ਚ ਜਾ ਕੇ ਆ। ਸੋ ਉਹਦਾ ਤਾਂ ਸੈਕਰੀਫਾਈਸ ਬਹੁਤ ਵੱਡਾ ਉਹਦੇ ਲਈ, ਹੈ ਨਾ। ਕਿ ਮੈਂ ਤਾਂ ਇੱਕ ਇਹ ਵੀ ਕਰਕੇ ਇਹ ਕੈਸੀ ਹੈ ਜੰਗ ਲੋਕੋ ਬਿਨਾਂ ਲੜੇ ਹੀ ਹਾਰੀ ਮੈਂ, ਇਹ ਕੈਸੀ ਹੈ ਜੰਗ ਲੋਕੋ ਬਿਨਾਂ ਲੜੇ ਹੀ ਹਾਰੀ ਮੈਂ, ਰੱਬ ਨੇ ਤਾਂ ਇੱਕ ਧੀ ਜੰਮੀ ਦੁਨੀਆ ਨੇ ਬਣਾਈ ਵਿਚਾਰੀ ਮੈਂ। ਸੋ ਅਸੀਂ ਆਪ ਉਹਨੂੰ ਕਹਿ ਦਿੰਦੇ ਯਾਰ ਇਹ ਵਿਚਾਰੀ ਹੈ। ਜੇ ਕੋਈ ਔਰਤ ਆ ਕੇ ਖੜੀ ਹੋ ਗਈ, ਅਸੀਂ ਕਹਿ ਦਿੰਦੇ ਸੀਟ ਛੱਡ ਦਿੰਦੇ, ਭਾਈ ਤੂੰ ਬਹਿ ਜਾ। ਕਿਉਂ? ਔਰਤ ਬਰਾਬਰ ਖੜ ਸਕਦੀ ਹੈ। ਜੇ ਅਸੀਂ ਕਿਸੇ ਟਰੈਵਲ ਕਰਦੇ ਹੋ ਅਸੀਂ ਖੜ ਕੇ ਜਾ ਸਕਦੇ, ਔਰਤ ਵੀ ਖੜ ਕੇ ਜਾ ਸਕਦੀ ਹੈ। ਉਹਨੂੰ ਵਿਚਾਰੀ ਨਾ ਸਮਝੋ। ਹਾਂ, ਦੂਜਾ ਪੱਖ ਇਹਦਾ ਇਹ ਵੀ ਹੈ ਵੀ ਔਰਤ ਵੀ ਆਪਣੇ ਆਪ ਨੂੰ ਵਿਚਾਰੀ ਨਾ ਸਮਝੇ। ਤੇ ਇੱਕ ਅੱਜ ਕੱਲ੍ਹ ਇਹ ਵੀ ਚੱਲਦਾ ਕਿ ਮੈਂ ਆਪਣੀ ਧੀ ਨੂੰ ਪੁੱਤਾਂ ਵਾਂਗੂ ਪਾਲਿਆ। ਕਿਉਂ ਬਈ? ਪੁੱਤ ਕੋਈ ਸਪੈਸ਼ਲ ਨੇ? ਧੀ ਨੂੰ ਧੀ ਵਾਂਗੂ ਪਾਲੋ ਯਾਰ। ਧੀ ਕੋਈ ਸ਼ਬਦ ਛੋਟਾ ਨਹੀਂ ਹੈ, ਜਾਂ ਧੀ ਦੀ ਕੋਈ ਪਦਵੀ ਛੋਟੀ ਨਹੀਂ ਹੈ, ਜਾਂ ਆਪਾਂ ਇਹ ਨਹੀਂ ਕਰ ਸਕਦੇ ਪੁੱਤ ਦੀ ਪਦਵੀ ਬਹੁਤ ਵੱਡੀ ਆ। ਧੀਆਂ ਵੀ ਕਹਿੰਦੇ ਮੇਰੇ ਮਾਂ-ਬਾਪ ਨੇ ਤਾਂ ਮੈਨੂੰ ਪੁੱਤਾਂ ਵਾਂਗੂ ਪਾਲਿਆ। ਨਹੀਂ, ਮਾਣ ਨਾਲ ਕਹੋ ਕਿ ਮੇਰੇ ਬਾਪ ਨੇ, ਮੈਂ ਧੀ ਆ, ਮੇਰੇ ਬਾਪ ਨੇ ਮੈਨੂੰ ਧੀ ਵਾਂਗੂ ਪਾਲਿਆ। ਸਾਡੀ ਮਾਨਸਿਕਤਾ ਸ਼ੁਰੂ ਤੋਂ ਹੀ ਪੁੱਤਾਂ ਵਾਲੀ। ਹਾਂ, ਮੈਂ ਇਹੀ ਕਹਿ ਰਿਹਾ ਵੀ ਜਦੋਂ ਇਹ ਮਾਨਸਿਕਤਾ ਚੇਂਜ ਇਹ ਹੋ ਰਹੀ ਹੈ, ਜਿਹੜੀ ਹੁਣ ਦੀ ਸਦੀ ਆਈ ਆ ਨਾ, ਇਹ ਚੇਂਜ ਹੋ ਰਹੀ ਆ। ਪਰ ਜਿਹੜੇ ਸਾਡੇ ਬਜ਼ੁਰਗ ਨੇ ਜਾਂ ਸਾਡੇ ਪੁਰਾਣੇ ਨੇ, ਉਹ ਉੱਥੇ ਹੀ ਅਟਕੇ ਹੋਏ ਆ, ਉਹ ਬਰਦਾਸ਼ਤ ਨਹੀਂ ਕਰ ਸਕਦੇ। ਠੀਕ ਹੈ, ਧੀਆਂ ਦੀ ਜਿਹੜੀ ਇੱਜ਼ਤ ਆ ਉਹ ਖਾਨਦਾਨ ਦੀ ਇੱਜ਼ਤ ਹੁੰਦੀ ਆ। ਇਸ ਇੱਜ਼ਤ ਨੂੰ ਲੁੱਟਿਆ ਜਾਂਦਾ ਹੈ। ਕਦੇ ਵੀ ਕਿਸੇ ਧੀ ਨੇ ਆਪਣੀ ਇੱਜ਼ਤ ਆਪ ਜਾ ਕੇ ਨਹੀਂ
ਦਿੱਤੀ ਸੀ ਕਿਸੇ ਨੂੰ, ਹਨਾ। ਸੋ ਇਸ ਕਰਕੇ ਮੈਂ ਇਹ ਕਹਿੰਦਾ ਵੀ ਜਿੱਥੇ ਤਾਂ ਗੱਲ ਰੇਪ ਦੀ ਆਉਂਦੀ ਹੈ, ਜਿੱਥੇ ਗੱਲ ਇੱਜ਼ਤਾਂ ਦੀ ਆਉਂਦੀ ਆ, ਉੱਥੇ ਮਰਦ ਦੀ ਜ਼ਿੰਮੇਵਾਰੀ ਬਹੁਤ ਵੱਡੀ ਹੈ। ਪਰ ਜਿੱਥੇ ਗੱਲ ਪਹਿਰਾਵੇ ਦੀ ਆਉਂਦੀ ਆ, ਉੱਥੇ ਔਰਤ ਨੂੰ ਵੀ ਚਾਹੀਦਾ ਕਿ ਅਸੀਂ ਪਹਿਰਾਵਾ ਪਾ ਲਿਆ, ਪਰ ਉਹਨੂੰ ਫਿਰ ਕਹਿ ਲਈਏ ਆਪਾਂ ਉਹਨੂੰ ਅਸੀਂ ਆਪਣੇ ਕਰੈਕਟਰ ਨੂੰ ਉਸ ਪਹਿਰਾਵੇ ਦੇ ਅੰਦਰ ਕਿਵੇਂ ਰੱਖਣਾ, ਉਹ ਔਰਤ ਦੀ ਜ਼ਿੰਮੇਵਾਰੀ ਹੈ। ਕਰੈਕਟਰ ਨੂੰ ਪਹਿਰਾਵੇ ਦੇ ਅੰਦਰ ਕਿਵੇਂ ਰੱਖਣਾ, ਬਾਈ ਜੀ ਉਹਨਾਂ ਗੱਲ ਕੀਤੀ। ਸੋ ਕਿੰਨਾ ਕੁ ਜਾਇਜ਼ ਮੰਨਦੇ ਹੋ ਔਰਤ ਨੂੰ ਆਪਣੀ ਮਰਜ਼ੀ ਦਾ ਪਹਿਰਾਵਾ ਪਾਉਣਾ? ਦੇਖੋ ਜੀ, ਔਰਤ ਨੂੰ ਆਪਣੀ ਮਰਜ਼ੀ ਦਾ ਪਹਿਰਾਵਾ ਪਾਉਣਾ ਚਾਹੀਦਾ। ਦੇਖੋ ਇਹ ਅਸੀਂ ਮਰਦ ਲੋਕ ਆ ਜੀ, ਮੈਂ ਹੁਣ ਅੱਜ ਮੇਰਾ ਦਿਲ ਕਰਾਂ ਮੈਂ ਜੀਨ ਪਾਵਾਂ, ਜੀਨ ਪਾ ਕੇ ਆਇਆ ਜੀ। ਉਹਨਾਂ ਨੂੰ ਵੀ ਔਰਤ ਤੇ ਮਰਦ ਨੂੰ ਇਹੀ ਸਰਕਾਰ ਬਰਾਬਰ ਦਾ ਦਰਜਾ ਦਿੰਦੀ ਫਿਰਦੀ ਹੈ ਜੀ, ਵੀ ਬਰਾਬਰ ਨੇ ਜੀ ਇਹ। ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਜਿਹੜੇ ਤੁਸੀਂ ਗੱਲ ਕਰਦੇ ਹੋ ਨਾ ਫਟੀਆਂ ਜੀਨਾਂ ਦੇਖਦੇ ਹੋ, ਫਟੀਆਂ ਜੀਨਾਂ ਨਾ ਦੇਖੋ। ਅਗਰ ਤੁਸੀਂ ਉੱਥੇ ਸੈਂਟਰ 'ਚ ਬੈਠੇ ਹੋ ਨਾ, ਤਾਂ ਦੇਰੀ ਦੇਸ਼ ਦੀ ਅਰਧ ਵਿਵਸਥਾ ਫਟੀ ਵੀ ਹੈ ਨਾ, ਉੱਥੇ ਧਿਆਨ ਦਿਓ। ਕੁੜੀਆਂ ਦੀ ਜੀਨਾਂ ਨਾ ਦੇਖੋ, ਇੱਥੇ ਤੁਹਾਡੇ ਕਰੈਕਟਰ ਦਾ ਪਤਾ ਲੱਗਦਾ ਹੈ, ਤੁਹਾਡੇ ਕਰੈਕਟਰ ਦਾ ਪਤਾ ਲੱਗਦਾ ਤੁਹਾਡਾ ਕਿਆ ਕਰੈਕਟਰ ਹੈ। ਤੁਹਾਡਾ ਕਰੈਕਟਰ ਜਿਸ ਸੈਂਟਰ 'ਚ ਬੈਠੇ ਹੋ, ਤੁਸੀਂ ਦੇਸ਼ ਦਾ ਸੋਚੋ। ਅੱਜ ਦੇਸ਼ ਫਾੜੋ ਫਾੜ ਹੋਇਆ ਪਿਆ, ਕਿਸਾਨ ਉੱਥੇ ਬੈਠੇ ਨੇ, ਆਹ ਮੁੰਡੇ ਵਿਚਾਰੇ ਲੜੇ ਨੇ, ਰੇਪ ਕੁੜੀ ਦੇ ਕਰਕੇ ਖੜੇ ਨੇ, ਪਰਚੇ ਇਹਨਾਂ ਤੇ ਦਰਜ ਕਰਤੇ। 34 ਸੈਕਟਰ ਮੁੰਡਿਆਂ ਨੇ ਪ੍ਰੋਟੈਸਟ ਕੀਤਾ, ਪਰਚੇ ਉਹਨਾਂ ਨੇ ਦਰਜ ਕਰਤੇ ਨੇ। ਇਹਨਾਂ ਨੂੰ ਚਾਹੀਦਾ ਵੀ ਦੇਸ਼ ਦੀ ਅਰਧ ਵਿਵਸਥਾ ਨੂੰ ਆਪਾਂ ਕਿਵੇਂ ਸਾਂਭਣਾ, ਉਹ ਸਾਂਭਣ ਦੀ ਕੋਸ਼ਿਸ਼ ਕਰਨੀ ਚਾਹੀਦੀ, ਨਾ ਕਿ ਕੁੜੀਆਂ ਦੇ ਕੱਪੜੇ ਦੇਖਣੇ ਆ। ਉਹਦੇ ਨਾਲ ਸਰਕਾਰ ਆਪਣੀ ਸੰਸਕ੍ਰਿਤੀ ਦੀ ਵੀ ਦੁਹਾਈ ਦਿੰਦੀ ਹੈ ਵੀ ਸਾਡਾ ਤਾਂ ਸੰਸਕ੍ਰਿਤੀ ਹੈ। ਦੇਖੋ ਸਰਕਾਰ ਸੰਸਕ੍ਰਿਤੀ, ਕਿਹੜਾ ਯੁੱਗ ਚੱਲ ਰਿਹਾ ਜੀ ਹੁਣ? 21ਵੀਂ ਸਦੀ ਚੱਲਦੀ ਹੈ ਜੀ। ਸਰਕਾਰਾਂ ਨੂੰ ਕਹੋ ਨਾ ਆਪਣੇ ਘਰ ਤੋਂ ਸ਼ੁਰੂ ਕਰੋ, ਇੱਕ ਵੀਡੀਓ ਬਣਾ ਕੇ ਭੇਜੋ ਆਪਣੇ ਘਰਦਿਆਂ ਦੀ ਵੀ ਤੁਹਾਡੀਆਂ ਧੀਆਂ ਕਿਵੇਂ ਚੱਲਦੀਆਂ ਨੇ। ਪਹਿਲਾਂ ਆਪਣੀਆਂ ਧੀਆਂ ਨੂੰ ਸਾਂਭੋ, ਤੁਸੀਂ ਤਾਂ ਦੂਈ ਦੀ ਧੀ ਤੇ ਉਂਗਲ ਕਰ ਸਕਦੇ ਹੋ। ਜੇ ਮੈਂ ਆਪਣੇ, ਆਪਾਂ ਕਹਿੰਦੇ ਨਾ ਪੰਜਾਬੀ, ਪਹਿਲਾਂ ਆਪਣੇ ਵਿੱਚ ਝਾੜੂ ਮਾਰ ਯਾਰ, ਫਿਰ ਮੇਰੇ ਤੇ ਉਂਗਲ ਚੱਕੀ। ਇਹ ਸਰਕਾਰ ਨੂੰ ਸੋਚ ਲੈਣਾ ਚਾਹੀਦਾ, ਪਹਿਲਾਂ ਆਪਣੇ ਨਿਆਣਿਆਂ ਵੱਲ ਦੇਖਣ ਵੀ ਉਹਨਾਂ ਦੇ ਨਿਆਣਿਆਂ ਦਾ ਕੀ ਹੈ, ਫਿਰ ਸਾਡਿਆਂ ਨੂੰ ਬੋਲਣ ਦੀ ਹੱਕ ਹੈ ਉਹਨਾਂ ਦਾ। ਸੋ ਸਰਕਾਰਾਂ ਨੂੰ ਵੀ ਦੇਸ਼ ਪ੍ਰਤੀ ਸੋਚਣਾ ਚਾਹੀਦਾ ਹੈ, ਨੌਜਵਾਨਾਂ ਦੀ ਸੋਚ ਆ, ਮੁੰਡਿਆਂ ਦੀ ਵੀ ਸੋਚ ਆ। ਸੋ ਦੱਸ ਰਹੇ ਨੇ ਕਿ ਸਰਕਾਰ ਨੂੰ ਪਹਿਲਾਂ ਆਪਣੀ ਪੀੜ੍ਹੀ ਤੇ ਸੋਟਾ ਫੇਰਨਾ ਚਾਹੀਦਾ, ਦੇਸ਼ ਦੇ ਹਾਲਾਤਾਂ ਵੱਲ ਗੱਲ ਕਰਨੀ ਚਾਹੀਦੀ ਹੈ, ਨਾ ਕਿ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਨੀ ਚਾਹੀਦੀ ਹੈ ਜੋ ਕਿਸੇ ਦੇ ਪਹਿਰਾਵੇ ਨੂੰ ਦਰਸਾਉਂਦੀ ਹੋਵੇ, ਕਿਸੇ ਦੇ ਪਹਿਰਾਵੇ ਨੂੰ ਟੀਚਰ ਕਰਦੀ ਹੋਵੇ। ਚੰਡੀਗੜ੍ਹ ਤੋਂ ਕੈਮਰਾ ਪਰਸਨ ਕਾਸ਼ਦੀਪ ਦੇ ਨਾਲ ਰਵੀ ਜੱਖੂ। ਲੇਟੈਸਟ ਨਿਊਜ਼ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਾਡੀ ਲੇਟੈਸਟ ਵੀਡੀਓ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਦਬਾਉਣਾ ਨਾ ਭੁੱਲਿਓ।